ईडी ਦੀ ਛਾਪੇਮਾਰੀ ਖਿਲਾਫ ਕਾਂਗਰਸ ਨੇ ਚੋਣ ਕਮਿਸ਼ਨ ਦੇ ਕੋਲ ਕੀਤੀ ਸ਼ਿਕਾਇਤ। ਕਿਹਾ ਬੀਜੇਪੀ ਤੇ ਆਮ ਆਦਮੀ ਪਾਰਟੀ ਮਿਲ ਕੇ ਸੀਐਮ ਨੂੰ ਕਰ ਰਹੇ ਨੇ ਟਾਰਗੇਟ। ਸਿਆਸਤ ਤੋਂ ਪ੍ਰੇਰਿਤ ਹੈ ਪੂਰੀ ਕਾਰਵਾਈ। ईडी ਦੀ ਰੇਡ ਨੂੰ ਲੈ ਕੇ ਕਾਂਗਰਸ ਤੇ ਬੀਜੇਪੀ ਆਮੋ ਸਾਹਮਣੇ। ਰਾਜਕੁਮਾਰ ਵੇਰਕਾ ਬੋਲੇ ਦਲਿਤ ਹੋਣ ਕਰਕੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਕੀਤਾ ਜਾ ਰਿਹਾ ਟਾਰਗੇਟ। ਤਾਂ ਬੀਜੇਪੀ ਨੇ ਕਿਹਾ ਚੋਰੀ ਤੋਂ ਬਾਅਦ ਹੁਣ ਦਲਿਤ ਕਾਰਡ ਖੇਡਣਾ ਬੰਦ ਕਰੋ। ਧੂਰੀ ਤੋਂ ਲੜਨਗੇ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ। ਕੇਜਰੀਵਾਲ ਨੇ ਕੀਤਾ ਐਲਾਨ ਤਾਂ ਭਗਵੰਤ ਮਾਨ ਨੇ ਵੀ ਧੂਰੀ ਦੇ ਲੋਕਾਂ ਨੂੰ ਦੱਸਿਆ ਹਰ ਵਾਰ ਦਾ ਸਾਥੀ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਨਸ਼ਿਆਂ ਤੇ ਗਰਮਾਈ ਸਿਆਸਤ। ਹੁਣ ਕੇਜਰੀਵਾਲ ਨੇ ਕੀਤਾ ਦਾਅਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਉੱਤੇ 3 ਤੋਂ 6 ਮਹੀਨਿਆਂ ਦੇ ਵਿੱਚ ਨਸ਼ਾ ਕਰ ਦੇਵਾਂਗੇ ਖਤਮ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਜਾਣਿਆ ਉਹਨਾਂ ਦਾ ਹਾਲਚਾਲ। ਕੱਲ ਕੋਰੋਨਾ ਪੋਜ਼ਿਟਿਵ ਪਾਏ ਗਏ ਸਨ ਸਾਬਕਾ ਸੀਐਮ। ਲੁਧਿਆਣਾ ਦੇ ਡੀਐਮਸੀ ਦੇ ਵਿੱਚ ਚੱਲ ਰਿਹਾ ਇਲਾਜ। ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੋਇਆ ਧਮਾਕਾ। 3 ਲੋਕਾਂ ਦੀ ਮੌਤ, ਕਈ ਜ਼ਖਮੀ। ਲਾਹੌਰ ਦੇ ਪਰੇ ਬਾਜ਼ਾਰ ਅਨਾਰਕਲੀ ਬਾਜ਼ਾਰ ਦੇ ਵਿੱਚ ਹੋਇਆ ਬਲਾਸਟ। ਅੰਮ੍ਰਿਤਸਰ ਦੇ ਵਿੱਚ ਹਿੰਦ ਪਾਕ ਬਾਰਡਰ ਦੇ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ। ਬੀਐਸਐਫ ਦਾ ਦਾਅਵਾ ਰਾਤ ਨੂੰ ਸੁਣਾਈ ਦਿੱਤੀ ਸੀ ਉੜਦੀ ਹੋਈ ਚੀਜ਼ ਦੀ ਆਵਾਜ਼। ਜਵਾਨਾਂ ਨੇ ਕੀਤੀ ਸੀ ਫਾਇਰਿੰਗ। ਸਵੇਰੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਹੈਰੋਇਨ ਦੇ ਪੈਕੇਟ। ਤਾਂ ਸੀਐਮ ਚਿਹਰਾ ਅਨਾਉਂਸ ਕਰ ਦਿੱਤਾ ਹੈ। ਹੁਣ ਇੱਕ ਮੌਕਾ ਭਗਵੰਤ ਮਾਨ बिल्कुल जोड़ी बन गई 1-1 2-11। आज दिल्ली मॉडल पूरे देश के अंदर चर्चा हो रही है जी। कल भगवंत मान एक पंजाब मॉडल बनाएगा जिसकी पूरी दुनिया के अंदर चर्चा होगी। ਮਾਨ ਸਾਹਿਬ ਇਸ ਵੇਲੇ 2 ਤਰ੍ਹਾਂ ਦੇ ਦਾਅਵੇ ਨੇ, ਇੱਕ 4.5 ਸਾਲ ਦੇ ਦਾਅਵੇ ਨੇ, ਇੱਕ 111 ਦਿਨਾਂ ਦੇ ਦਾਅਵੇ। ਹਿਸਾਬ ਤਾਂ 5 ਸਾਲ ਦਾ ਹੀ ਹੋਊਗਾ। कल ईडी ने देख लिया 100 दिन का हिसाब है, सारा हिसाब। 3 ਲੱਖ ਕਰੋੜ ਕਿੱਥੇ ਗਿਆ? ਤੁਹਾਡੇ ਸੀਰੀਅਸ ਐਲੀਗੇਸ਼ਨਸ ਹੈ ਕਿ ਕਰਪਸ਼ਨ ਹੋਈ ਹੈ। ਤਾਂ ਜੇ ਸਰਕਾਰ ਬਣਦੀ ਹੈ ਤਾਂ ਫਿਰ ਪੈਸਾ ਵਾਪਸ ਆਏਗਾ। पंजाब के एक पैसे का हिसाब लेंगे। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਈਡੀ ਦੇ ਛਾਪਿਆਂ ਦੀ। ਈਡੀ ਦੇ ਛਾਪਿਆਂ ਦੇ ਉੱਤੇ ਇਸ ਸਮੇਂ ਪੰਜਾਬ ਦੇ ਵਿੱਚ ਸਿਆਸਤ ਭਖੀ ਹੋਈ ਹੈ ਤੇ ਈਡੀ ਦੀ ਰੇਡ ਦੇ ਮੁੱਦੇ ਦੇ ਉੱਤੇ ਈਸੀ ਦੇ ਵਿੱਚ ਸ਼ਿਕਾਇਤ ਲੈ ਕੇ ਕਾਂਗਰਸ ਪਹੁੰਚ ਚੁੱਕੀ ਹੈ। ਈਸੀ ਯਾਨੀ ਇਲੈਕਸ਼ਨ ਕਮਿਸ਼ਨ ਦੇ ਵਿੱਚ। ਤਾਂ ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਈਡੀ ਦੀ ਰੇਡ ਹੋਈ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਤੇ ਕਾਂਗਰਸ ਦੀ ਸ਼ਿਕਾਇਤ ਦੇ ਉੱਤੇ ਆਨਲਾਈਨ ਸੁਣਵਾਈ ਹੋਈ ਹੈ। ਕਾਂਗਰਸ ਦੇ ਵੱਲੋਂ ਮਨੂ ਸਿੰਘ ਸੁਰਜੇਵਾਲਾ, ਹਰੀਸ਼ ਚੌਧਰੀ ਇਸ ਸੁਣਵਾਈ ਦੌਰਾਨ ਮੌਜੂਦ ਰਹੇ, ਸ਼ਾਮਲ ਰਹੇ ਤੇ ਇਲਜ਼ਾਮ ਲਗਾਇਆ ਗਿਆ ਕਿ ਈਡੀ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਮਾਮਲੇ ਦੇ ਵਿੱਚ ਦਖਲ ਦੇਵੇ, ਈਡੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰੇ। ਇਹ ਵੀ ਕਾਂਗਰਸ ਦੇ ਵੱਲੋਂ ਮੰਗ ਕੀਤੀ ਗਈ ਹੈ ਆਪਣੀ ਇਸ ਅਪੀਲ ਦੇ ਜ਼ਰੀਏ। ਤੇ ਦੂਜੇ ਪਾਸੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਮਿਲ ਕੇ ਸੀਐਮ ਚੰਨੀ ਨੂੰ ਟਾਰਗੇਟ ਕਰ ਰਹੇ ਨੇ। ਹਾਰ ਨੂੰ ਦੇਖਦੇ ਹੋਏ ਅਜਿਹੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ। ਤੇ ਇਸ ਵਿਚਾਲੇ ਉਹਨਾਂ ਨੇ ਕੇਜਰੀਵਾਲ ਦੇ ਉੱਤੇ ਵੀ, ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਗੰਦੇ ਇਲਜ਼ਾਮਾਂ ਦੇ ਨਾਲ ਗੰਦੀ ਸਿਆਸਤ ਖੇਡੀ ਜਾ ਰਹੀ ਹੈ। ਤਾਂ ਈਡੀ ਦਾ ਮੁੱਦਾ, ਈਡੀ ਦੇ ਵੱਲੋਂ ਛਾਪੇਮਾਰੀ। ਇਨਫੋਰਸਮੈਂਟ ਡਾਇਰੈਕਟੋਰੇਟ ਏਜੰਸੀ ਹੈ, ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਾਂਚ ਕਰਦੀ ਹੈ ਤੇ ਈਡੀ ਦੇ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਗਈ ਮੰਗਲਵਾਰ ਨੂੰ ਸਵੇਰੇ, ਉਹ ਵੱਖ-ਵੱਖ ਥਾਵਾਂ ਦੇ ਉੱਤੇ 2 ਦਿਨ ਤੱਕ ਚੱਲਦੀ ਰਹੀ ਤੇ ਇਸ ਵਿਚਾਲੇ 10 ਕਰੋੜ ਦਾ ਜ਼ਿਕਰ ਆਇਆ ਕਿ ਕੈਸ਼ ਬਰਾਮਦ ਕੀਤਾ ਗਿਆ, ਹਰੇ ਨੋਟ ਬਰਾਮਦ ਕੀਤੇ ਗਏ ਨੇ। ਇਲਜ਼ਾਮ ਇਹ ਵੀ ਲੱਗੇ ਕਿ 10 ਦੇ ਵਿੱਚੋਂ 8 ਕਰੋੜ ਤਾਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰੋਂ ਮਿਲ ਗਏ। ਭੁਪਿੰਦਰ ਸਿੰਘ ਹਨੀ ਦੱਸਿਆ ਜਾਂਦਾ ਹੈ ਜੋ ਸੀਐਮ ਦੀ ਪਤਨੀ ਦਾ ਭਾਣਜਾ ਹੈ। ਇਸ ਨੂੰ ਲੈ ਕੇ ਵਿਰੋਧੀ ਮੋਰਚਾ ਖੋਲ ਰਹੇ ਨੇ, ਜਦਕਿ ਕਾਂਗਰਸ ਕਹਿ ਰਹੀ ਹੈ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਬੀਜੇਪੀ ਚਰਨਜੀਤ ਸਿੰਘ ਚੰਨੀ ਦਲਿਤ ਮੁੱਖ ਮੰਤਰੀ ਨੇ, ਇਸ ਕਰਕੇ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ। भारत के चुनाव आयोग के पास भारतीय राष्ट्रीय कांग्रेस का एक प्रतिनिधि मंडल मिला। हमने बाकायदा भारत के चुनाव आयोग को कहा कि अब भारतीय जनता पार्टी, आम आदमी पार्टी दोनों साठगांठ करके पंजाब के अंदर सरदार चरणजीत सिंह चन्नी मुख्यमंत्री पंजाब के खिलाफ एक घटिया, सस्ता और बेबुनियाद षड्यंत्र करने में लगे हैं।
बदनाम करने की साजिश कर रहे हैं, क्योंकि उन्हें मालूम है कि चुनाव की हार सामने है और चुनाव की हार सामने देखकर अब वो बदनाम करने के षड्यंत्र में लगे हैं। केजरीवाल जी का तो ये चरित्र ही रहा है। पहले उन्होंने अरुण जेटली पर इल्जाम लगाए, बाद में अदालत में उससे माफी मांगी। पंजाब में पिछली बार मजीठिया पर इल्जाम लगाए, फिर माफी मांगी और मान साहब ने, भगवंत मान जी ने तो इस्तीफा भी दिया। एक बार फिर इल्जामात की राजनीति, जिसके लिए भारतीय जनता पार्टी, नरेंद्र मोदी, अरविंद केजरीवाल मशहूर रहे हैं, गंदी इल्जामात की राजनीति से वो चुनाव की निष्पक्षता धूमिल करने की कोशिश कर रहे हैं। पंजाबियों और पंजाबियत पर हमला बोल रहे हैं। ਤਾਂ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ। ਉਧਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਦੇ ਉੱਤੇ ਨਿਸ਼ਾਨਾ ਸਾਧਿਆ, ਸਵਾਲ ਪੁੱਛਿਆ ਕਿ ਮੁੱਖ ਮੰਤਰੀ ਦੱਸਣ ਕਿ ਜ਼ਬਤ ਕੀਤੇ ਗਏ ਜੋ 10 ਕਰੋੜ ਦਾ ਜ਼ਿਕਰ ਹੋ ਰਿਹਾ ਹੈ, ਉਹ 10 ਕਰੋੜ ਕਿਸ ਦੇ ਨੇ, ਕਿੱਥੋਂ ਆਏ ਨੇ? मेरे ख्याल से पंजाब को लूटने की जिस स्पीड पे काम किया है, इतनी स्पीड में तो पिछले वालों को भी पीछे छोड़ दिया इन्होंने। 111 दिन के अंदर कैश ही कैश, कैश ही कैश, कैश ही कैश, गिननी मुश्किल हो गई वो ईडी वालों को। जैगुआर गाड़ियां, 56 करोड़ रुपए की फर्जी एंट्रियां। अभी तो गिन रहे हैं सर, अभी गिन रहे हैं और मिलेंगे अभी। 111 दिन के अंदर। और फिर बैठ के मैं कल उनको देख रहा था, मतलब जिस तरह से वो उसको जस्टिफाई कर रहे हैं, मेरे साथ ये हो गया। मैं मानता हूं मोदी जी अपने विरोधियों को तंग करते हैं, बदले लेते हैं, मैं मानता हूं। मेरे ऊपर इतनी रेड कराई, ਤੁਹਾਡਾ ਜ਼ਿਕਰ ਵੀ मेरे ਕੀਤਾ ਕੱਲ ਉਹਨਾਂ घर के, वो तो कहते हैं, कह रहे कि मेरे भांजे पे नहीं, मेरे पे रेड हुई थी। जी मेरे घर पे रेड हुई थी, पुलिस मेरे बेडरूम में गई थी, जी मेरे ऊपर, मेरे दफ्तर पे सीबीआई की रेड हुई थी। जी क्या मिला उनको? 11 मफलर मिले जिनका हिसाब किताब नहीं था। इधर 11 मैं तो नहीं रोया, मतलब मेरे को तो वो नहीं ਉਹਨਾਂ ਦੀ ਵੀ ਹੋਈ आए। ਹੋਣੀ। और अभी चर्चा खूब तेज चल रही है कि सतिंदर जैन हमारे जो मंत्री हैं उनकी गिरफ्तारी होने वाली है। वो तो तैयार बैठे हैं, आ जाओ कर लो गिरफ्तार। पर उन्होंने चन्नी साहब के घर, इनके रिश्तेदार के घर पे जो 10 करोड़ का कैश मिला, जी मैं आज चन्नी साहब से आपके माध्यम से पूछना चाहता हूं, ये पैसा किसका है? बताएं वो ये पैसा किसका है? ये पंजाबियों का पैसा है। ਤਾਂ ਸਿਆਸਤ ਖੂਬ ਹੋ ਰਹੀ ਹੈ। ਉਧਰ ਈਡੀ ਦੀ ਰੇਡ ਨੂੰ ਲੈ ਕੇ ਕਾਂਗਰਸ ਤੇ ਬੀਜੇਪੀ ਵੀ ਆਮੋ ਸਾਹਮਣੇ ਨੇ। ਵੇਰਕਾ ਇਲਜ਼ਾਮ ਲਗਾ ਰਹੇ ਨੇ ਕਿ ਦਲਿਤ ਹੋਣ ਕਰਕੇ ਸੀਐਮ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਤਾਂ ਬੀਜੇਪੀ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਕਾਂਗਰਸ ਚੋਰੀ ਕਰਕੇ ਹੁਣ ਦਲਿਤ ਕਾਰਡ ਖੇਡ ਰਹੀ ਹੈ। सैकड़ों बीजेपी के लोग देश के बैंकों को लूट करके देश से बाहर भागते हैं, कोई कार्रवाई नहीं होती। लेकिन उनकी जो मानसिकता है, मैं मानसिकता का मेरा सीधा इल्जाम है कि दलितों को दबाने की यह कोशिश है। ये पंजाब खुदहारी का पंजाब है, पंजाब कभी भी दबने वाला नहीं है। और मेरा सीधा इल्जाम है कि चरणजीत सिंह चन्नी को टारगेट किया जा रहा है, ये देश के दलितों का अपमान किया जा रहा है, ये दलितों की बेइज्जती की। मुख्यमंत्री जी अपने आप को बड़ा साधारण व्यक्ति दसते ने, बुकल भी मारते ने, रस्ते से रुक भी जाते ने, चाह भी पी लेंदे ने। ये सामान्य जनमानस की भावना नाल खिलवाड़ नहीं है। रेड हुंदी है उन्होंने भतीजे दे घर ते, भूपिंदर सिंह हनी, 10 करोड़ रुपया नगद प्राप्त होता है। रिलायंस की घड़ी 12 लाख रुपए की है, 21 लाख रुपए का सोना इन्वॉल्व होता है। और मुख्यमंत्री और कांग्रेस के लोग ਉਹਦੇ ਤੇ ਰਾਜਨੀਤੀ ਕਰਦੇ ਹੋਏ ਦਲਿਤ ਸ਼ਬਦ ਦਾ ਵੀ ਪ੍ਰਯੋਗ ਕਰਦੇ ਨੇ ਕਿ ਇਹ ਦਲਿਤਾਂ ਦੇ ਨਾਲ ਨਜਾਇਜ਼ ਹੋ ਰਹੀ ਹੈ। ਮੈਨੂੰ ਦੱਸੋ ਕਿਹੜਾ ਦਲਿਤ ਹੈ ਵਿਚਾਰਾ ਜਿਹਦੇ ਕੋਲ 12 ਲੱਖ ਰੁਪਏ ਦੀ ਰਿਲਾਇੰਸ ਦੀ ਘੜੀ ਹੈ? ਕਿਹੜਾ ਦਲਿਤ ਹੈ ਜਿਹੜਾ ਜਿਹਦੇ ਕੋਲ 10 ਕਰੋੜ ਰੁਪਇਆ ਕੈਸ਼ ਬਰਾਮਦ ਹੋ ਜੇ?
ਹੁਣ ਗੱਲ ਕਰਦੇ ਹਾਂ ਟਿਕਟਾਂ ਦੀ। ਟਿਕਟਾਂ ਪਾਰਟੀਆਂ ਬਣ ਰਹੀਆਂ ਨੇ ਇਲੈਕਸ਼ਨ ਤੋਂ ਪਹਿਲਾਂ। ਬਹੁਜਨ ਸਮਾਜ ਪਾਰਟੀ ਦੇ ਵੱਲੋਂ ਵੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ, ਉਸ ਦਾ ਜ਼ਿਕਰ ਹੋਏਗਾ। ਪਰ ਉਸ ਤੋਂ ਪਹਿਲਾਂ ਭਗਵੰਤ ਮਾਨ ਦੀ ਗੱਲ। ਭਗਵੰਤ ਮਾਨ ਨੂੰ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਹੁਣ ਭਗਵੰਤ ਮਾਨ ਦੇ ਚੋਣ ਹਲਕੇ ਦਾ ਵੀ ਐਲਾਨ ਕਰ ਦਿੱਤਾ ਗਿਆ। ਨਿਊਜ਼ 18 ਤੇ ਖਾਸ ਗੱਲਬਾਤ ਦੌਰਾਨ ਖੁਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਸੀਟ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ 2022 ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪੰਜਾਬ 'ਚ ਕਈ ਹੌਟ ਸੀਟਾਂ ਨੇ ਜਿੱਥੇ ਕਿ ਮੁਕਾਬਲੇ ਫਸਵੇਂ ਹੋਣਗੇ। ਇਹਨਾਂ ਸੀਟਾਂ ਵਿੱਚ ਹੁਣ ਹਲਕਾ ਧੂਰੀ ਵੀ ਸ਼ਾਮਿਲ ਹੋ ਗਿਆ। ਅਸਲ ਵਿੱਚ ਭਗਵੰਤ ਮਾਨ ਨੂੰ ਆਪਨੇ ਹਲਕਾ ਧੂਰੀ ਤੋਂ ਟਿਕਟ ਦਿੱਤੀ ਹੈ। ਕੇਜਰੀਵਾਲ ਨੇ ਸਭ ਤੋਂ ਪਹਿਲਾਂ ਨਿਊਜ਼ 18 ਦੇ ਐਕਸਕਲੂਸਿਵ ਪ੍ਰੋਗਰਾਮ ਟਾਊਨ ਹਾਲ ਵਿੱਚ ਇਸ ਦਾ ਐਲਾਨ ਕੀਤਾ ਹੈ। तो लड़नगे दस दो प्लीज तो पार्टी कह दूंगी। मैं तो लड़ रहे हो देखो तूरी तो लड़ रहे हो। मैनू पिछली बार पार्टी ने कहा जलालाबाद तो लड़ना है सुखबीर के खिलाफ, कागज भरे नाल ये भी क्या पूरे पंजाब च रैलियां करनियां, 300 तो उपर रैलियां भी कीतियां। जलालाबाद नूं मैं रल गए रवनीत बिट्टू भेजता, उत्थे आपस च रल गए। जे किते 2 दिन जलालाबाद वास्ते मैनूं होर मिल जांदे, सुखबीर बादल एक्स MLA हुंदे हुण नूं, ठीक है ना। सो ओ 60,000 सीटां पईआं। ਐਤਕੀ ਕਿਹਨੂੰ ਐਕਸ MLA ਬਣਾਉਣਾ ਹੈ ਦੱਸ ਦਿਓ। कोई ना कोई तो बनूंगा। धोरी से लड़ेंगे। ਖਬਰ ਦੇ ਰਿਹਾ ਧੂਰੀ ਤੋਂ ਇਲੈਕਸ਼ਨ ਲੜ। बिल्कुल। ਮਾਨ ਦੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਧੂਰੀ 'ਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਧੂਰੀ 'ਚ ਮਾਨ ਦੀ ਟੱਕਰ ਕਾਂਗਰਸ ਦੇ ਦਲਬੀਰ ਗੋਲਡੀ ਅਤੇ ਅਕਾਲੀ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨਾਲ ਹੋਵੇਗੀ। ਹਾਲਾਂਕਿ ਭਾਜਪਾ ਗਠਜੋੜ ਵੱਲੋਂ ਧੂਰੀ ਤੋਂ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ, ਜਦਕਿ ਸੰਯੁਕਤ ਸਮਾਜ ਮੋਰਚਾ ਨੇ ਧੂਰੀ ਤੋਂ ਸਰਬਜੀਤ ਸਿੰਘ ਅਲਾਲ ਨੂੰ ਟਿਕਟ ਦਿੱਤੀ ਹੈ। ਉਧਰ ਮਾਨ ਦੀ ਸੀਟ ਪੱਕੀ ਹੋਣ ਤੇ ਅਕਾਲੀ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੇ ਤਿੱਖੇ ਨਿਸ਼ਾਨੇ ਲਾਏ ਨੇ। ਵੈਲਕਮ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਬਹੁਤ ਜ਼ਿਆਦਾ ਨਿਰਾਸ਼ਤਾ ਹੈ। ਬਤੌਰ ਮੈਂਬਰ ਪਾਰਲੀਮੈਂਟ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਹੈ। ਕਦੇ ਕਿਸੇ ਕੋਈ ਡਿਵੈਲਪਮੈਂਟ ਨਹੀਂ ਕਰਵਾਈ, ਕਦੇ ਕਿਸੇ ਵਰਕਰ ਨੂੰ ਨਹੀਂ ਮਿਲਿਆ, ਕਿਸੇ ਪਿੰਡ ਦਾ ਨਾਂ ਤੱਕ ਨਹੀਂ ਜਾਣਦਾ। ਕੇਵਲ ਕਮੇਡੀਅਨ ਦੇ ਤੌਰ ਤੇ ਉਹ ਲੋਕਾਂ ਨੂੰ ਟੋਟਕੇ ਸੁਣਾ ਕੇ ਜਾਂ ਉਹ ਗੱਲਾਂ ਕਰਕੇ ਉਹ ਮੈਂਬਰ ਪਾਰਲੀਮੈਂਟ ਬਣਿਆ ਹੈਗਾ। ਬਤੌਰ ਮੈਂਬਰ ਪਾਰਲੀਮੈਂਟ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਹੈ। ਇਸ ਤੋਂ ਪਹਿਲਾਂ ਧੂਰੀ ਅਤੇ ਲਹਿਰਾਗਾਗਾ 2 ਹਲਕੇ ਦੱਸੇ ਜਾ ਰਹੇ ਸਨ ਜਿੱਥੋਂ ਕਿ ਮਾਨ ਨੂੰ ਟਿਕਟ ਦੇਣ ਦੇ ਕਿਆਸ ਲਗਾਏ ਜਾ ਰਹੇ ਸੀ, ਪਰ ਨਿਊਜ਼ 18 ਤੇ ਕੇਜਰੀਵਾਲ ਨੇ ਮਾਨ ਦੇ ਧੂਰੀ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਧੂਰੀ 'ਚ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ। ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਧੂਰੀ 'ਚ ਖਾਸੇ ਐਕਟਿਵ ਮੰਨੇ ਜਾਂਦੇ ਨੇ, ਇਸ ਲਈ ਮਾਨ ਦਾ ਰਾਹ ਔਖਾ ਮੰਨਿਆ ਜਾ ਰਿਹਾ ਹੈ। ਪਰ ਦੇਖਣਾ ਹੋਵੇਗਾ ਕਿ ਮਾਨ ਮੁੱਖ ਮੰਤਰੀ ਦਾ ਚਿਹਰਾ ਹੋਣ ਦੇ ਬਾਵਜੂਦ ਇਸ ਹਲਕੇ ਵਿੱਚ ਕਿੰਨੀਆਂ ਵੋਟਾਂ ਲੈ ਪਾਉਂਦੇ ਨੇ। ਕੀ ਮਾਨ ਜਿੱਤਣਗੇ ਜਾਂ ਫਿਰ ਦਲਬੀਰ ਗੋਲਡੀ ਇਸ ਹਲਕੇ ਤੋਂ ਮੁੜ ਤੋਂ ਬਾਜੀ ਮਾਰਨਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਤੇ ਗੱਲ ਟਿਕਟਾਂ ਦੀ ਕਰ ਰਹੇ ਹਾਂ। ਬਹੁਜਨ ਸਮਾਜ ਪਾਰਟੀ ਦੇ ਵੱਲੋਂ ਆਪਣੇ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਹੈ ਇਸ ਵਾਰ BSP ਦਾ, ਤੇ ਫਿਰ ਹੁਣ 20 ਦੇ ਵਿੱਚੋਂ 14 ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਫਗਵਾੜਾ ਤੋਂ ਜਸਵੀਰ ਗੜੀ ਚੋਣ ਲੜਨਗੇ। ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੈ। ਸੂਬੇ ਦੀਆਂ 20 ਸੀਟਾਂ BSP ਲੜ ਰਹੀ ਹੈ, ਜਦਕਿ ਬਾਕੀ ਦੀਆਂ 97 ਸੀਟਾਂ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਨੇ। ਅਕਾਲੀ ਦਲ ਦੇ ਵੱਲੋਂ ਵੀ ਆਪਣੇ ਤਕਰੀਬਨ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਤੇ ਇਸ ਵਿਚਾਲੇ ਹਾਲਾਂਕਿ ਹਲਕਾ ਇੰਚਾਰਜਾਂ ਦਾ ਐਲਾਨ BSP ਨੇ ਪਹਿਲਾਂ ਹੀ ਕਰ ਦਿੱਤਾ ਸੀ, ਤੇ ਹੁਣ ਜਿਹੜੀਆਂ ਸੀਟਾਂ ਦੀ ਅਫੀਸ਼ੀਅਲ ਤੌਰ ਦੇ ਉੱਤੇ ਅਨਾਉਂਸਮੈਂਟ ਵੀ ਕਰ ਦਿੱਤੀ ਗਈ ਹੈ। ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਕਿ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਐਲਾਨਿਆ ਗਿਆ ਹੈ। ਤਾਂ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਜਸਵੀਰ ਸਿੰਘ ਗੜੀ ਪੰਜਾਬ BSP ਦੇ ਪ੍ਰਧਾਨ ਨੇ, ਤੇ ਉਹ ਖੁਦ ਚੋਣ ਮੈਦਾਨ ਦੇ ਵਿੱਚ ਉਤਰਨਗੇ। ਫਗਵਾੜਾ ਵਿਧਾਨ ਸਭਾ ਹਲਕੇ ਤੋਂ 2017 ਦੇ ਵਿੱਚ ਇੱਥੇ ਜਿੱਤ ਹਾਸਲ ਕੀਤੀ ਸੀ BJP ਦੇ ਸੋਮ ਪ੍ਰਕਾਸ਼ ਨੇ। ਉਸ ਤੋਂ ਬਾਅਦ ਨਵਾਂ ਸ਼ਹਿਰ ਤੋਂ ਡਾਕਟਰ ਨਛੱਤਰਪਾਲ, ਪਾਇਲ ਵਿਧਾਨ ਸਭਾ ਹਲਕੇ ਤੋਂ ਡਾਕਟਰ ਜਸਪ੍ਰੀਤ ਸਿੰਘ, ਭੋਆ ਵਿਧਾਨ ਸਭਾ ਹਲਕਾ ਸ਼੍ਰੀ ਰਾਕੇਸ਼ ਮਹਾਸ਼ਾ, ਇਹਨਾਂ ਨੂੰ ਟਿਕਟ ਦਿੱਤੀ ਗਈ ਹੈ। ਪਠਾਨਕੋਟ ਵਿਧਾਨ ਸਭਾ ਹਲਕਾ ਇਹ ਜਿਹੜੀਆਂ ਮਾਝੇ ਦੀਆਂ ਸੀਟਾਂ ਉਹ ਤੁਹਾਨੂੰ ਦੱਸ ਰਹੇ ਹਾਂ, ਭੋਆ ਰਾਕੇਸ਼ ਮਹਾਸ਼ਾ ਤੇ ਪਠਾਨਕੋਟ ਤੋਂ ਜੋਤੀ ਭੀਮ, ਦੀਨਾਨਗਰ ਵਿਧਾਨ ਸਭਾ ਹਲਕੇ ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢੇਪਈ, ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਆ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉੜਮੁੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ,
ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ ਚੋਣ ਮੈਦਾਨ ਦੇ ਵਿੱਚ ਨੇ। ਬਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਸ਼ਿਵ ਕੁਮਾਰ ਕਲਿਆਣ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਰਾਏਕੋਟ ਹਲਕੇ ਤੋਂ ਬਲਵਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ। ਇੱਕ ਇੱਕ ਕਰਕੇ ਸੀਟਾਂ ਤੁਹਾਨੂੰ ਦੱਸ ਰਿਹਾ ਕਿ ਕਿਹੜੇ ਸੀਟ ਤੋਂ ਕਿਹੜਾ ਉਮੀਦਵਾਰ ਬੀਐਸਪੀ ਦੇ ਵੱਲੋਂ ਉਤਾਰਿਆ ਗਿਆ। ਫਗਵਾੜਾ ਤੋਂ ਜਸਵੀਰ ਸਿੰਘ ਗੜੀ, ਨਵਾਂ ਸ਼ਹਿਰ ਤੋਂ ਡਾਕਟਰ ਨਛੱਤਰਪਾਲ। ਇੱਕ ਇੱਕ ਕਰਕੇ ਸਾਰੇ ਨਾਮ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ। ਤਾਂ ਪਾਇਲ ਵਿਧਾਨ ਸਭਾ ਹਲਕਾ ਜਿੱਥੇ ਮੌਜੂਦਾ ਸਮੇਂ 'ਚ ਕਾਂਗਰਸ ਦੇ ਵਿਧਾਇਕ ਨੇ, ਉੱਥੋਂ ਇਸ ਵਾਰ ਬੀਐਸਪੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਬੀਐਸਪੀ ਦੇ ਖਾਤੇ ਦੀ ਸੀਟ ਹੈ। ਡਾਕਟਰ ਜਸਪ੍ਰੀਤ ਸਿੰਘ ਮੈਦਾਨ ਦੇ ਵਿੱਚ ਹੋਣਗੇ। ਉਧਰ ਭੋਆ ਵਿਧਾਨ ਸਭਾ ਹਲਕਾ, ਇਹ ਵੀ ਕਾਂਗਰਸ ਕੋਲ ਹੈ। ਮੌਜੂਦਾ ਸਮੇਂ ਦੇ ਵਿੱਚ ਰਾਕੇਸ਼ ਮਹਾਸ਼ਾ ਚੋਣ ਮੈਦਾਨ ਦੇ ਵਿੱਚ ਬੀਐਸਪੀ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਹੋਣਗੇ। ਉਸ ਤੋਂ ਬਾਅਦ ਰੁਕ ਕਰਦੇ ਹਾਂ ਦੀਨਾਨਗਰ ਦਾ। ਦੀਨਾਨਗਰ ਤੋਂ ਕਮਲਜੀਤ ਚਾਵਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤਾਂ ਪਠਾਨਕੋਟ ਤੋਂ ਜੋਤੀ ਭੀਮ ਟਿਕਟ ਦਿੱਤੀ ਗਈ ਹੈ। ਦੀਨਾਨਗਰ ਤੋਂ ਕਮਲਜੀਤ ਚਾਵਲਾ ਨੂੰ ਟਿਕਟ ਦਿੱਤੀ ਗਈ ਹੈ। ਇੱਕ ਇੱਕ ਕਰਕੇ ਸਾਰੀਆਂ ਟਿਕਟਾਂ ਤੁਹਾਨੂੰ ਦੱਸ ਰਹੇ ਹਾਂ ਕਿ ਕਿੱਥੋਂ ਕਿਹੜਾ ਉਮੀਦਵਾਰ ਐਲਾਨਿਆ ਗਿਆ ਹੈ ਬਹੁਜਨ ਸਮਾਜ ਪਾਰਟੀ ਦੇ ਵੱਲੋਂ। ਤਾਂ ਪਠਾਨਕੋਟ ਦਾ ਅਸੀਂ ਜ਼ਿਕਰ ਕੀਤਾ ਜਿੱਥੋਂ ਜੋਤੀ ਭੀਮ ਉਮੀਦਵਾਰ ਬਣਾਏ ਗਏ ਨੇ। ਦੀਨਾਨਗਰ ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢੇਪਈ ਅਗਲੀ ਤੁਹਾਡੇ ਕੋਲ ਇਸ ਸਕਰੀਨ ਦੇ ਉੱਤੇ ਆਏਗੀ। ਅਗਲੇ ਦੋ ਹੋਰ ਜਿਹੜੇ ਉਮੀਦਵਾਰ ਨੇ ਕਪੂਰਥਲਾ ਤੋਂ ਦਵਿੰਦਰ ਸਿੰਘ ਢੇਪਈ ਤੇ ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਹਲਕਾ ਇੰਚਾਰਜਾਂ ਦੀ ਅਨਾਉਂਸਮੈਂਟ ਕਰ ਦਿੱਤੀ ਸੀ, ਉਹ ਤਕਰੀਬਨ ਉਹੀ ਨਾਮ ਇਸ ਸਮੇਂ ਇਸ ਲਿਸਟ ਦੇ ਜ਼ਰੀਏ ਸਾਹਮਣੇ ਆਏ ਨੇ ਜੋ ਬੀਐਸਪੀ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ। ਦਸੂਹਾ ਤੋਂ ਵੀ ਅਨਾਉਂਸਮੈਂਟ ਹੋਈ ਹੈ। ਦੁਆਬੇ ਦੀ ਇਹ ਸੀਟ ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਦਕਿ ਟਾਂਡਾ ਉੜਮੜ ਤੋਂ ਟਾਂਡਾ ਸੀਟ ਤੋਂ ਜਿੱਥੋਂ ਸੰਗਤ ਸਿੰਘ ਗਿਲਜੀ ਆਉਂਦੇ ਨੇ, ਉੱਥੋਂ ਲਖਵਿੰਦਰ ਸਿੰਘ ਲੱਖੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਬਹੁਜਨ ਸਮਾਜ ਪਾਰਟੀ ਦੀਆਂ ਟਿਕਟਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਅਕਾਲੀ ਦਲ ਤੇ ਬੀਐਸਪੀ ਦਾ ਗਠਜੋੜ ਹੈ ਇਸ ਵਾਰ ਪੰਜਾਬ ਦੇ ਵਿੱਚ। ਦੋਵੇਂ ਪਾਰਟੀਆਂ ਇਕੱਠੇ ਚੋਣਾਂ ਲੜ ਰਹੀਆਂ ਨੇ ਪੰਜਾਬ ਦੀਆਂ 97 ਸੀਟਾਂ ਦੇ ਉੱਤੇ। ਸ਼੍ਰੋਮਣੀ ਅਕਾਲੀ ਦਲ ਤੇ 20 ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਨੇ। 20 ਦੇ ਵਿੱਚੋਂ 14 ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਗਏ ਨੇ। ਉਸ ਤੋਂ ਬਾਅਦ ਮੈਂ ਰੁਕ ਕਰਦਾ ਹੁਸ਼ਿਆਰਪੁਰ ਦੀ ਸੀਟ ਦਾ। ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਦਕਿ ਅਨੰਦਪੁਰ ਸਾਹਿਬ ਦੀ ਸੀਟ ਤੋਂ ਨਿਤਿਨ ਨੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਉੱਥੇ ਬਸੀ ਪਠਾਣਾ ਹਲਕੇ ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਤੇ ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਪਾਰਟੀ ਨੇ ਉਤਾਰਿਆ। ਰੁਕ ਰਹੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।